ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਖਾਸ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਕੈਨੇਡਾ ਨੂੰ ਲੈ ਕੇ, ਕਿਉਂਕਿ ਜਨਵਰੀ ਇਨਟੇਕ ਨੂੰ ਲੈ ਕੇ ਸੀਟਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ। ਸੀਟਸ ਬਹੁਤ ਘੱਟ ਰਹਿ ਚੁੱਕੀਆਂ ਨੇ। ਕਿਵੇਂ ਹੁਣ ਵੀ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕਿਵੇਂ ਕਰ ਸਕਦੇ ਹੋ ਸਹੀ ਤਰੀਕੇ ਨਾਲ ਅਪਲਾਈ, ਇਹ ਜਾਣਕਾਰੀ ਤੁਹਾਨੂੰ ਅੱਜ ਇਸ ਸ਼ੋਅ ਦੇ ਵਿੱਚ ਮਿਲਣ ਵਾਲੀ ਹੈ। ਤੇ ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਸਟੱਡੀ ਵੀਜ਼ਾ ਐਕਸਪਰਟ ਮਿਸਟਰ ਗੀਤ ਸੰਧੂ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਮੇਰੇ ਦਰਸ਼ਕਾਂ ਨੂੰ ਜੀ। ਤੇ ਸਾਰੇ ਦਰਸ਼ਕਾਂ ਨੂੰ ਜ਼ਰੂਰ ਪ੍ਰੋਗਰਾਮ ਦੀ ਸਟਾਰਟਿੰਗ ਵਿੱਚ ਹੀ ਕਹਿਣਾ ਚਾਹੂੰਗੀ ਕਿ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸ਼ੋਅ ਦੇ ਵਿੱਚ ਕਾਲ ਕਰ ਸਕਦੇ ਹੋ। ਲਗਾਤਾਰ ਸਕਰੀਨ ਦੇ ਉੱਪਰ ਜੋ ਨੰਬਰ ਡਿਸਪਲੇ ਹੋ ਰਿਹਾ ਇਸ ਦੇ ਉੱਪਰ ਕਾਲ ਕਰ ਸਕਦੇ ਹੋ। ਤੇ ਚਰਚਾ ਅੱਜ ਦੀ ਸ਼ੁਰੂ ਕਰਦੇ ਹਾਂ ਜੀ ਕੈਨੇਡਾ ਨੂੰ ਲੈ ਕੇ। ਕੀ ਹੁਣ ਸਟੂਡੈਂਟਸ ਨੂੰ ਅਪਲਾਈ ਕਰਨਾ ਚਾਹੀਦਾ ਹੈ ਜਨਵਰੀ ਇਨਟੇਕ ਦੇ ਲਈ? ਕਿਉਂਕਿ ਲਗਾਤਾਰ ਜੋ ਅਸੀਂ ਵੀ ਚੀਜ਼ਾਂ ਪੜ੍ਹ ਰਹੇ ਹਾਂ, ਦੇਖ ਰਹੇ ਹਾਂ, ਇਹੀ ਆ ਰਿਹਾ ਕਿ ਸ਼ਾਇਦ ਹੁਣ ਜਨਵਰੀ ਇਨਟੇਕ ਲਈ ਸੀਟਸ ਅਵੇਲੇਬਲ ਨਹੀਂ ਹੋ ਸਕਣਗੀਆਂ। ਦੇਖੋ ਡਿਪੈਂਡ ਕਰਦਾ ਕਿ ਕਿਹੜੀ ਸਟਰੀਮ ਦੇ ਵਿੱਚ ਕੇਸਿਸ ਅਪਲਾਈ ਹੋ ਰਹੇ ਨੇ। ਐਸਡੀਐਸ ਕੇਸਿਸ ਹੋਰ ਲਗਾ ਹੈਗੇ ਨੇ ਜਾਂ ਨਾਨ ਐਸਡੀਐਸ ਹੈਗੇ ਨੇ। ਨਾਨ ਐਸਡੀਐਸ ਜਿਹੜੇ ਹੈ ਉਹਨਾਂ ਦੇ ਵਿੱਚ ਕਾਲਜਿਸ ਦੀ ਆਪਾਂ ਗੱਲ ਕਰਦੇ ਹਾਂ, ਤਕਰੀਬਨ ਜੈਨ ਇਨਟੇਕ ਤਾਂ ਉਹਨਾਂ ਦੇ ਵਿੱਚ ਹੈਗਾ ਹੀ ਹੈ ਜੀ। ਇਨਫੈਕਟ ਮੈਨੂੰ ਕੱਲ ਹੀ ਆਪਣੇ ਲਾਇਰ ਤੋਂ ਕੁਝ ਕਾਲਜਿਸ ਦੀ ਮੇਲਸ ਰਿਸੀਵ ਹੋਈਆਂ ਤਾਂ ਉਹਦੇ ਵਿੱਚ ਵੀ ਜੈਨ ਇਨਟੇਕ ਜਿਹੜਾ ਹੈਗਾ ਬੱਚਿਆਂ ਦਾ ਅਵੇਲੇਬਲ ਪਬਲਿਕ ਕਾਲਜ ਹੈ ਜੀ। ਬਟ ਆਪਸ਼ਨਸ ਬਹੁਤ ਘੱਟ ਹੈਗੀਆਂ ਨੇ ਕਿਉਂਕਿ ਜੈਨ ਇਨਟੇਕ ਤਾਂ ਆਲਮੋਸਟ ਫੁੱਲ ਹੋ ਚੁੱਕਿਆ ਹੈ। ਜੇ ਅਸੀਂ ਦੇਖੀਏ ਪਬਲਿਕ ਕਾਲਜਿਸ ਦਾ ਤਾਂ ਮਈ ਇਨਟੇਕ ਵੀ ਜਿਹੜਾ ਹੈ ਆਲਮੋਸਟ ਗੋਨ। ਓਕੇ, ਇਸ ਕਰਕੇ ਮੈਂ ਹੀ ਸੋਚਦਾ ਕਿ ਜਿਹੜਾ ਬੱਚਿਆਂ ਦਾ ਇੱਕ ਰੁਝਾਨ ਹੈ, ਜਿਹੜਾ ਇੱਕ ਉਹਨਾਂ ਦਾ ਇੱਕ ਦਿਲ ਹੈ ਕਿ ਹਾਂ ਮੈਂ ਪੜ੍ਹਨਾ ਹੈ, ਉਹ ਚੂਜ਼ ਕਰਦੇ ਨੇ ਹਮੇਸ਼ਾ ਕੈਨੇਡਾ ਜੀ ਜੀ। ਜੇ ਅਸੀਂ ਦੇਖੀਏ ਕਿ ਯੂਕੇ ਵੀ ਨਹੀਂ ਜਾਣਾ ਚਾਹੁੰਦੇ, ਜੇ ਅਸੀਂ ਦੇਖੀਏ ਆਸਟ੍ਰੇਲੀਆ ਵੀ ਨਹੀਂ ਜਾਣਾ ਚਾਹੁੰਦੇ, ਬਿਲਕੁਲ ਜਾਣਾ ਹੀ ਚਾਹੁੰਦੇ ਨੇ ਕੈਨੇਡਾ। ਤਾਂ ਕੈਨੇਡਾ ਦੇ ਜਿਹੜੀ ਆਪਸ਼ਨਸ ਹੈਗੀਆਂ ਨੇ ਅਸੀਂ ਵਿਸਥਾਰ ਨਾਲ ਉਸ ਤੇ ਚਰਚਾ ਕਰਾਂਗੇ। ਮੈਂ ਸੋਚਦਾ ਆਪਾਂ ਇੱਕ ਕਾਲਰ ਲੈ ਲਈਏ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਮੇਰਾ ਨਾਮ ਰੇਖਾ ਹੈ ਜੀ, ਮੈਂ ਮੋਗਾ ਤੋਂ ਗੱਲ ਕਰ ਰਹੀ ਹਾਂ ਜੀ। ਹਾਂਜੀ ਰੇਖਾ ਜੀ, ਕੀ ਸਵਾਲ ਹੈ? ਮੈਮ ਐਕਚੁਅਲੀ ਨਾ ਮੈਂ ਰੀਸੈਂਟਲੀ ਪਾਸ ਆਊਟ ਹੋਈ ਹਾਂ 2021 ਚ। ਮੈਂ ਆਪਣੀ +2 ਕੀਤੀ ਹੈ। ਓਕੇ ਹਾਂਜੀ, ਤੇ ਮੈਂ ਮੈਮ ਉਸ ਤੋਂ ਬਾਅਦ ਆਇਲਸ ਕੀਤੀ ਹੈ। ਕਿੰਨਾ ਆਇਲਸ ਸਕੋਰ ਹੈ ਤੁਹਾਡਾ? ਮੈਮ ਮੇਰੇ ਓਵਰਆਲ 6 ਹੈ ਔਰ ਨੋਟ 105.5 ਹੈ ਜੀ। ਓਕੇ, ਤੇ +2 ਵਿੱਚ ਕਿੰਨੀ ਪਰਸੈਂਟੇਜ ਹੈ ਤੁਹਾਡੀ? ਮੈਮ ਮੇਰੇ 62 ਨੇ ਜੀ। 62 ਕੈਨੇਡਾ ਲਈ ਅਪਲਾਈ ਕਰਨਾ ਚਾਹ ਰਹੇ ਹੋ? ਹਾਂਜੀ, ਬਟ ਮੈਮ ਮੈਂ ਥੋੜੀ ਜਿਹੀ ਕਨਫਿਊਜ਼ ਹਾਂ ਇਸ ਚੀਜ਼ 'ਚ ਕਿ ਮੇਰਾ ਹੋ ਪਾਏਗਾ ਜਾਂ ਨਹੀਂ, ਕਿਉਂਕਿ ਮੋਸਟਲੀ ਮੈਨੂੰ ਇਹੀ ਕਿਹਾ ਗਿਆ ਕਿ ਤੂੰ ਐਗਜ਼ਾਮ ਦੁਬਾਰਾ ਦੇ ਦੇ ਕਿ ਤੇਰਾ ਨਹੀਂ ਹੋ ਸਕਦਾ। ਕਿੰਨੀ ਪਰਸੈਂਟੇਜ ਕਿੰਨੀ ਹੈ ਤੁਹਾਡੀ +2 ਚ? 62% ਹੈ ਸਰ। ਸਟਰੀਮ ਕਿਹੜੀ ਹੈ? ਸਟਰੀਮ ਸਰ ਇੰਟਰਸਟ ਮੈਥ ਵਿਦ ਇਕਨੋਮਿਕਸ। ਪਰ ਤੁਹਾਨੂੰ ਕੌਣ ਕਹਿ ਰਿਹਾ ਕਿ 1.5 ਦਿਨ ਨਾਲ ਓਵਰਆਲ 6 ਨਾਲ ਅਪਲਾਈ ਨਹੀਂ ਹੋਣਾ? ਤੁਸੀਂ ਹੋਰ ਕੰਸਲਟੈਂਟਸ ਕੋਲ ਜਾ ਕੇ ਅਪਰੋਚ ਕੀਤੀ ਹੈ? ਨਹੀਂ ਸਰ, ਮੈਂ ਐਕਚੁਅਲੀ ਕਾਲ ਵਗੈਰਾ ਤੇ ਹੀ ਗੱਲ ਕੀਤੀ ਸੀ 1-2 ਕੰਸਲਟੈਂਟਸ ਨਾਲ। ਦੈਨ ਮੈਨੂੰ ਉੱਥੋਂ ਇਹ ਮਿਲਿਆ ਕਿ ਤੁਹਾਡਾ ਨਹੀਂ ਹੋ ਪਾਏਗਾ। ਤੁਸੀਂ ਜਦੋਂ ਵੀ ਸਾਡੇ ਪਹਿਲਾਂ ਆਫਿਸ ਜਦੋਂ ਮੈਂ 1-2 ਪਹਿਲਾਂ ਵੀ ਦੇਖਿਆ ਸੀ ਸ਼ੋਅ, ਉੱਥੇ ਇਹੀ ਸੁਣਨ ਨੂੰ ਆਇਆ ਕਿ ਤੁਹਾਡਾ ਹੋ ਜਾਏਗਾ। ਮੈਂ ਤੁਹਾਨੂੰ ਇਹ ਵਿਸ਼ਵਾਸ ਇੱਦਾਂ ਦਿਵਾ ਸਕਦਾ ਕਿ ਤੁਸੀਂ ਜਦੋਂ ਵੀ ਆਪਣੇ ਡਾਕੂਮੈਂਟਸ ਲੈ ਕੇ ਪਹੁੰਚਣਾ ਨਾ, ਪਹਿਲਾਂ ਵੀਜ਼ਾ ਲੱਗੇ ਦੇਖੋ। ਸਾਡੇ ਰੀਸੈਂਟਲੀ ਵੀਜ਼ਾਸ ਆਏ ਨੇ ਜਿਹੜੇ ਇੱਕ ਮੋਡਿਊਲ ਦੇ ਵਿੱਚ 5.5 ਬੈਂਡ ਸੀ ਔਰ ਪਬਲਿਕ ਕਾਲਜਿਸ ਜੀ। ਤਾਂ ਇਸ ਕਰਕੇ ਸਭ ਤੋਂ ਪਹਿਲਾਂ ਨਾ ਉਹ ਆ ਕੇ ਚੈੱਕ ਕਰਨਾ, ਫਿਰ ਅਪਲਾਈ ਕਰਨਾ ਹੈ। ਬਾਕੀ ਤੁਸੀਂ ਆਪਣੇ ਸਵਾਲ ਦਾ ਜਿਹੜਾ ਆਨਸਰ ਹੈ ਤੁਸੀਂ ਸੁਣ ਸਕਦੇ ਹੋ ਜੀ। 2021 ਦੇ ਵਿੱਚ ਪਾਸ ਆਊਟ ਹੈ ਓਵਰਆਲ 62%। ਗੈਪ ਕੋਈ ਨਹੀਂ ਹੈਗਾ। 6 not less than 5.5 1.5 ਹੈ ਤਾਂ ਕੋਈ ਚੱਕਰ ਨਹੀਂ, ਪਬਲਿਕ ਕਾਲਜ ਤਾਂ ਮਿਲਦਾ ਹੈ। ਹੁਣ ਗੱਲ ਇਹ ਕਿ ਵੀਜ਼ਾ ਚਾਹੇ 6C ਚ ਨੇ, ਚਾਹੇ 7 ਬੈਂਡ ਨੇ, ਚਾਹੇ 7.5 ਬੈਂਡ ਨੇ। ਹਰਜੋਤ ਵੀਜ਼ਾ ਕਿਵੇਂ ਮਿਲਣਾ ਹੈ? ਠੀਕ ਹੈ, ਆਪਾਂ ਕਹਿੰਦੇ ਹਾਂ ਕਿ ਪ੍ਰੋਫਾਈਲ ਦੇ ਮੁਤਾਬਿਕ ਬੱਚਿਆਂ ਨੂੰ ਕਾਲਜਿਸ ਦੀ ਸਿਲੈਕਸ਼ਨਸ ਮਿਲਦੀਆਂ ਨੇ। ਪ੍ਰੋਫਾਈਲ ਦੇ ਮੁਤਾਬਿਕ ਉਹਨਾਂ ਦੀ ਸਟਰੀਮਸ ਉਹਨਾਂ ਨੂੰ ਮਿਲਦੀਆਂ ਨੇ ਕਿ ਐਸਡੀਐਸ ਕੈਟਾਗਰੀ ਚ ਅਪਲਾਈ ਹੋਊਗਾ ਕਿ ਨਾਨ ਐਸਡੀਐਸ ਕੈਟਾਗਰੀ ਚ ਹੋਊਗਾ। ਵੀਜ਼ਾ ਕਿੱਦਾਂ ਮਿਲਣਾ? ਵੀਜ਼ਾ ਮਿਲਣਾ ਜਦ ਤੱਕ ਅਸੀਂ ਇੰਟੈਂਸ਼ਨਸ ਕਲੀਅਰ ਨਹੀਂ ਕਰਦੇ ਤਾਂ ਕੋਈ ਤੁਹਾਨੂੰ ਘਬਰਾਉਣ ਦੀ ਗੱਲ ਨਹੀਂ। ਤੁਸੀਂ ਬਿਲਕੁਲ ਵੀਜ਼ਾ ਤੁਸੀਂ ਲੈ ਸਕਦੇ ਹੋ। 99% ਜਿਹੜਾ ਸ਼ੋਰਟੀ ਮੈਂ ਤੁਹਾਨੂੰ ਦਿੰਦਾ, ਕਿਉਂਕਿ ਦੇਖੋ 100% ਤਾਂ ਕੋਈ ਵੀ ਨਹੀਂ ਕਹਿੰਦਾ, ਹੋ ਵੀ ਨਹੀਂ ਸਕਦਾ। ਜਿਹੜੇ ਕਹਿੰਦੇ ਨੇ ਕਿ ਸਾਡੀ ਸੈਟਿੰਗ ਹੈ ਜਾਂ 100% ਇਹ ਚੀਜ਼ਾਂ ਹੋ ਸਕਦੀਆਂ ਨੇ, ਉਹ ਤਾਂ ਤੁਹਾਨੂੰ ਪਤਾ ਕਿ ਦੇ ਜਸਟ ਮੇਡ ਪੀਪਲ ਫੂਲ। ਤਾਂ ਕਿੱਦਾਂ 100% ਤੱਕ ਅਸੀਂ ਪਹੁੰਚਣਾ ਹੈ, ਕਿਹੜੇ ਤਰੀਕਿਆਂ ਨਾਲ ਅਸੀਂ ਫਾਈਲ ਪੁੱਟ ਅਪ ਕਰਨੀ ਹੈ, ਦੇਖ ਰੇਖ ਕਰਦੇ ਨੇ ਸਾਡੇ ਲਾਇਰਸ, ਇਮੀਗ੍ਰੇਸ਼ਨ ਲਾਇਰਸ ਜਿਹੜੇ ਕੈਨੇਡਾ 'ਚ ਬੈਠੇ ਨੇ। ਉਹ ਤਾਂ ਇਸ ਚੀਜ਼ ਦੀ ਦੇਖ ਰੇਖ ਕਰਦੇ ਨੇ। ਅਸੀਂ ਇਸੇ ਚੀਜ਼ ਤੇ ਹੀ
ਚੱਲਦੇ ਆ ਰਹੇ ਹੈ ਤਾਂ ਹੀ ਸਾਨੂੰ ਅੱਜ ਤੱਕ ਜਿਹੜੀਆਂ ਪ੍ਰਮਾਤਮਾ ਨੇ ਮੇਰੇ ਨਾਲ ਕਾਮਯਾਬੀਆਂ ਜਿਹੜੀਆਂ ਮਿਲ ਰਹੀਆਂ ਨੇ। ਚੈਲੰਜਿੰਗ ਫਾਈਲਸ ਅਸੀਂ ਵੀਜ਼ਾਸ ਲੈ ਰਹੇ ਨੇ। ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਇਸ ਮੰਚ ਤੇ। ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਹਾਡੇ ਮਨ 'ਚ ਕੋਈ ਸ਼ੰਕਾ ਹੈ, ਤੁਹਾਡੀ ਪ੍ਰੋਫਾਈਲ ਵੀਕ ਹੈ, 21.5 ਹੈ, ਤੁਹਾਨੂੰ ਲੱਗਦਾ ਕਿ ਮੇਰਾ ਵੀਜ਼ਾ ਨਹੀਂ ਆ ਸਕਦਾ, ਸਭ ਤੋਂ ਪਹਿਲਾਂ ਜਾ ਕੇ ਨਾ ਸਿਮਿਲਰ ਪ੍ਰੋਫਾਈਲਸ ਦੇ ਵੀਜ਼ਾਸ ਦੇਖੋ, ਜੀ ਫਿਰ ਅਪਲਾਈ ਕਰੋ। ਗੱਲਾਂ ਬਾਤਾਂ 'ਚ ਨਾ ਜਾਓ, ਬਟ ਜਾ ਕੇ ਪਹਿਲਾਂ ਰਿਐਲਿਟੀ ਦੇਖੋ ਕੀ ਹੈ। ਜੀ ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਸਿਮਿਲਰ ਜਦੋਂ ਪ੍ਰੋਫਾਈਲਸ ਦੇਖਦੇ ਆ ਫਿਰ ਜ਼ਰੂਰ ਯਕੀਨ ਹੁੰਦਾ ਔਰ ਪਤਾ ਚੱਲਦਾ ਕਿਸ ਤਰ੍ਹਾਂ ਦੀ ਵਰਕਿੰਗ ਨਾਲੇ ਵੀਜ਼ਾ ਆਇਆ ਹੈ। ਅਗਲੇ ਕਾਲਰ ਲਾਈਨ ਤੇ ਨੇ। ਹੈਲੋ ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਅੰਮ੍ਰਿਤਸਰ ਤੋਂ ਗੱਲ ਕਰ ਰਹੀ ਸੀ। ਮੇਰਾ ਨਾਮ ਪ੍ਰਿਆ। ਹਾਂਜੀ ਪ੍ਰਿਆ, ਕੀ ਸਵਾਲ ਹੈ ਤੁਹਾਡਾ? ਮੈਂ ਪੁੱਛਣਾ ਸੀਗਾ ਜੀ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਓਕੇ 2019 ਦੇ ਵਿੱਚ ਜੀ, ਤੇ ਮੇਰੇ ਓਵਰਆਲ 6.5 ਬੈਂਡ ਹੈ। ਓਕੇ ਇੱਕ ਮੋਡਿਊਲ 'ਚ ਮੇਰੇ 5.5 ਬੈਂਡ ਹੈ ਮੈਮ। ਜੀ। ਤੇ ਮੇਰਾ ਹੋ ਸਕਦਾ ਕੈਨੇਡਾ ਨਾਲ? ਕਿੰਨੀ ਪਰਸੈਂਟੇਜ ਹੈ ਤੁਹਾਡੀ ਔਰ ਕਿਸ ਸਟਰੀਮ ਦੇ ਵਿੱਚ ਗ੍ਰੈਜੂਏਸ਼ਨ ਹੈ ਤੁਹਾਡੀ? ਮੈਂ ਮਾਰਚ ਦੇ ਵਿੱਚ 65% ਦੇ ਨਾਲ। ਓਕੇ ਜੀ। ਕੈਨੇਡਾ ਹਾਂਜੀ। ਕਿੱਥੇ ਜਾਣਾ ਚਾਹੁੰਦੇ ਹੋ? ਮੈਮ ਸਰ ਮੈਂ ਕੈਨੇਡਾ ਬ੍ਰੈਂਪਟਨ ਵਾਲੀ ਸਾਈਡ। ਕੋਈ ਕਾਲਜ ਦੀ ਤੁਹਾਡੀ ਆਪਣਾ ਚੋਇਸ? ਨਹੀਂ ਸਰ। ਓਕੇ, ਹੁਣ 2019 ਜਿਹੜਾ ਗੈਪ ਇਹਨਾਂ ਦਾ ਹੈਗਾ, ਸ਼ਾਇਦ ਅਸੀਂ ਵੀ ਪੁੱਛਣਾ ਭੁੱਲ ਗਏ ਹਾਂ, ਬੱਚਾ ਵੀ ਦੱਸਣਾ ਭੁੱਲ ਗਿਆ, ਤਾਂ ਕੋਈ ਚੱਕਰ ਨਹੀਂ। ਤੁਸੀਂ ਜਦੋਂ ਪ੍ਰੋਫਾਈਲ ਲੈ ਕੇ ਪਹੁੰਚਣਾ ਹੈ ਜਾਂ ਤੁਸੀਂ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਪਲੀਜ਼ ਇਹ ਚੀਜ਼ਾਂ ਕਲੀਅਰ ਕਰਨੀਆਂ ਨੇ ਕਿ ਆਫਟਰ 2019 ਤੁਸੀਂ ਕੀ ਕੀਤਾ ਹੈਗਾ। 6.5 ਓਵਰਆਲ 21.5 ਨਾਟ ਐਨ ਇਸ਼ੂ, ਕਿਉਂਕਿ ਵੀਜ਼ਾਸ ਲੱਗ ਰਹੇ ਨੇ। ਰੀਸੈਂਟਲੀ ਸਾਡੇ ਵੀਜ਼ਾਸ ਵੀ ਆਏ ਆ। ਅਸੀਂ ਹੋਰ ਜੇ ਅੱਛੇ ਕੰਸਲਟੈਂਟਸ ਦੀ ਗੱਲ ਕਰੀਏ ਤਾਂ ਅੱਜ ਮਾਰਕੀਟ ਜਿਹੜਾ ਵੀਜ਼ਾ ਹੈ 21.5 ਦੇ ਨਾਲ ਫਿਰ ਆਉਣਾ ਸਟਾਰਟ ਹੋ ਚੁੱਕਿਆ। ਗੱਲ ਇਹ ਹੈ ਕਿ ਕਾਲਜਿਸ ਤੁਹਾਨੂੰ ਕਿਹੜੇ ਮਿਲਦੇ ਨੇ, ਤੁਹਾਨੂੰ ਅੱਛੇ ਰੈਂਕਿੰਗ ਦੇ ਕਾਲਜਿਸ ਮਿਲ ਰਹੇ ਨੇ, ਕੀ ਤੁਹਾਨੂੰ PR ਰਿਲੇਟਡ ਕੋਰਸ ਮਿਲਦੇ ਨੇ। ਕੱਲਾ ਇਹ ਵੀ ਨਾ ਹੋਵੇ ਕਿ ਉਹੋ ਜਿਹੇ ਕਾਲਜ ਸਾਡਾ ਅਪਲਾਈ ਹੋ ਜਾਏ ਜਿੱਥੇ ਤੁਹਾਡਾ ਵਰਕ ਪਰਮਿਟ ਨਾ ਹੋਵੇ। ਬਿਲਕੁਲ ਕਿਉਂਕਿ ਬੱਚਿਆਂ ਦਾ ਪਿੱਛੇ ਇੱਕ ਇਹ ਵੀ ਸਵਾਲ ਹੈਗੇ ਸੀ। ਕੁਝ ਬੱਚੇ ਆ ਕੇ ਮੈਨੂੰ ਅਪਾਇੰਟਮੈਂਟ ਲੈ ਕੇ ਜਦੋਂ ਮਿਲੇ ਹੈ ਤਾਂ ਕੁਝ ਬੱਚਿਆਂ ਨੇ ਇਹੀ ਸ਼ਿਕਾਇਤ ਕੀਤੀ ਕਿ ਸਾਡੇ ਹੋਰਾਂ ਕੰਸਲਟੈਂਟਸ ਨੇ ਸਾਡੇ ਨਾਲ ਠੱਗੀ ਮਾਰੀ, ਸਾਡਾ ਵੀਜ਼ਾ ਜਿਹੜਾ ਰਿਸ਼ਤੇਦਾਰਾਂ ਦਾ ਲਵਾਤਾ, ਉਸ ਕਾਲਜ ਲਵਾਤਾ ਜਿਹਦੇ 'ਚ ਵਰਕ ਪਰਮਿਟ ਹੈ ਹੀ ਨਹੀਂ। ਬਿਲਕੁਲ। ਬਟ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ, ਜੇਕਰ ਸਾਡੇ ਕੋਲ ਤੁਸੀਂ ਅਪਲਾਈ ਕਰਦੇ ਹੋ, ਚਾਹੇ SDS ਕੈਟਾਗਰੀ ਹੈ ਤਾਂ ਪਬਲਿਕ ਕਾਲਜ ਤਾਂ ਮਿਲਣੇ ਪੈਣੇ, ਨਾਨ SDS ਕੈਟਾਗਰੀ ਹੈ ਤਾਂ ਤੁਹਾਨੂੰ ਪੈਥਵੇ ਪ੍ਰੋਗਰਾਮ ਦੇ ਰਹੇ ਹਾਂ ਕਿ 1 ਸਾਲ ਦੀ ਸਟੱਡੀ ਪਾਰਟਿਕੂਲਰ ਕਾਲਜ, 1 ਸਾਲ ਨੈਕਸਟ ਕਾਲਜ ਦੇ ਵਿੱਚ, ਤਾਂ ਤੁਹਾਨੂੰ 3 ਇਅਰਸ ਦਾ ਵਰਕ ਪਰਮਿਟ ਮਿਲਦਾ ਹੈ। ਹੁਣ ਇਹਨਾਂ ਦੀ ਪ੍ਰੋਫਾਈਲ ਦੀ ਜੇ ਗੱਲ ਕਰੀਏ ਜੀ, 21.5 ਆਰਟ 65% ਤਾਂ ਪਬਲਿਕ ਕਾਲਜਿਸ ਇਹਨਾਂ ਨੂੰ ਮਿਲ ਜਾਣਗੇ। ਈਵਨ ਜੇ ਇਹਨਾਂ ਦਾ ਗੈਪ 4-5 ਸਾਲ ਦਾ ਵੀ ਹੁੰਦਾ, ਜਸਟੀਫਾਈ ਕਰਦੇ ਆਫਟਰ ਗ੍ਰੈਜੂਏਸ਼ਨ ਔਰ 55% ਮਾਰਕਸ ਹੁੰਦੇ, ਤਾਂ ਵੀ ਇਹਨਾਂ ਦਾ ਪਬਲਿਕ ਕਾਲਜ ਅਪਲਾਈ ਹੋ ਜਾਂਦਾ। ਤਾਂ ਵਰੀ ਕਰਨ ਦੀ ਲੋੜ ਨਹੀਂ। ਮੈਂ ਤਾਂ ਇੱਥੇ ਇਹੀ ਗੱਲ ਕਹਿ ਸਕਦਾ, ਦਰਸ਼ਕੋ ਬੱਚਿਓ, ਜਦੋਂ ਜਾਣਾ ਪਹਿਲਾਂ ਰੀਸੈਂਟਲੀ ਜਿਹੜੇ ਵੀਜ਼ਾਸ ਆਏ ਨੇ ਜਾਂ ਸਾਡੇ ਪੁਰਾਣੇ ਵੀਜ਼ਾਸ ਲੱਗੇ ਨੇ, ਜਿਹੜੇ ਅਸੀਂ ਹਮੇਸ਼ਾ ਮੰਚ ਤੇ ਦਿਖਾਉਂਦੇ ਹਾਂ, ਰੂਬਰੂ ਤੁਹਾਡੇ ਨਾਲ ਜਵਾਕ ਆਪ ਹੁੰਦੇ ਨੇ, ਸਟੂਡੈਂਟਸ ਹੁੰਦੇ ਨੇ, ਆਪਣੇ ਰੂਬਰੂ ਹੋ ਕੇ ਤੁਹਾਨੂੰ ਦੱਸਦੇ ਨੇ, ਵਿਚਾਰ ਦੱਸਦੇ ਨੇ, ਕੀ ਐਕਸਪੀਰੀਅੰਸ ਰਿਹਾ ਉਹ ਦੱਸਦੇ ਨੇ। ਉਹਨਾਂ ਦੇ ਜਿਹੜੀ ਤੁਸੀਂ ਪ੍ਰੋਫਾਈਲ ਲਾਣੀ ਹੈ ਤਾਂ ਉਹਨਾਂ ਦੀ ਪਹਿਲਾਂ ਪ੍ਰੋਫਾਈਲ ਦਾ ਦੇਖੋ ਕਿ ਵੀਜ਼ਾ ਸਿਮਿਲਰ ਪ੍ਰੋਫਾਈਲ ਦੇ ਲੱਗ ਰਹੇ ਨੇ, ਤਾਂ ਹੀ ਭਰੋਸਾ ਹੋਊਗਾ। ਗੱਲਾਂ ਤਾਂ ਹਰ ਕੋਈ ਮੰਚ ਤੇ ਮਾਰਦਾ ਹੁੰਦਾ। ਹਰਜੋਤ, ਹਰ ਕੰਪਨੀ ਵਾਲੇ ਜਾਂ ਹਰ ਕੰਸਲਟੈਂਟਸ ਜਿਹੜੇ ਨੇ, ਕਿੰਨੇ ਬੈਠੇ ਨੇ ਏਜੰਟਸ ਨੇ, ਹਰ ਇੱਕ ਨੇ ਗੱਲਾਂ ਮਾਰ ਰਹੀਆਂ ਨੇ, ਪਰ ਵਿਸ਼ਵਾਸ ਕਿੱਥੋਂ ਹੋਣਾ? ਬਿਲਕੁਲ ਇੱਥੋਂ ਹੀ ਹੋਣਾ ਕਿ ਜਦ ਤੁਸੀਂ ਉਹਨਾਂ ਦੇ ਵੀਜ਼ਾਸ ਲੱਗੇ ਦੇਖਦੇ ਹੋ ਸਿਮਿਲਰ ਪ੍ਰੋਫਾਈਲਸ। ਬਿਲਕੁਲ ਕਾਗਜ਼ ਚੈੱਕ ਕਰੋ, ਵੀਜ਼ਾਸ ਚੈੱਕ ਕਰੋ, ਐਕੈਡੈਮਿਕਸ ਦੇਖੋ, ਭਰੋਸਾ ਹੁੰਦਾ ਤਾਂ ਅਪਲਾਈ ਕਰੋ। ਇਸ ਤੋਂ ਉੱਪਰ ਤਾਂ ਮੈਂ ਤੁਹਾਨੂੰ ਕੋਈ ਛੋਟ ਹੀ ਦੇ ਨਹੀਂ ਸਕਦਾ। ਜੀ ਬਿਲਕੁਲ। ਇਸ ਤੋਂ ਪਹਿਲਾਂ ਕਿ ਵੈਸੇ ਕਾਲਸ ਬਹੁਤ ਸਾਰੀ ਆ ਰਹੀਆਂ, ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਕਾਲ ਰਿਸੀਵ ਕਰਾਂ, ਤੁਹਾਨੂੰ ਨਾ ਸਟੂਡੈਂਟਸ ਨਾਲ ਹੀ ਮਿਲਵਾਉਂਦੇ ਆ ਜਿਨ੍ਹਾਂ ਨੇ ਹੈੱਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਆਪਣੀ ਪ੍ਰੋਫਾਈਲ ਜੋ ਹੈ ਪ੍ਰੋਸੈਸ ਕਰਵਾਈ ਸੀ। ਉਹਨਾਂ ਦਾ ਵੀਜ਼ਾ ਲੱਗ ਚੁੱਕਿਆ, ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਹੈ ਹੈੱਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਾਲ, ਤੁਸੀਂ ਸੁਣੋ ਜੀ ਉਹਨਾਂ ਦੀ ਹੀ ਜ਼ੁਬਾਨੀ। ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਮੇਰਾ ਨਾਮ ਪ੍ਰਭਜੋਤ ਕੌਰ ਹੈ। ਮੈਂ ਵਿਲੇਜ ਨਵਾਂਗੜ ਡਿਸਟ੍ਰਿਕਟ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ। ਮੇਰੇ IELTS 6.5 ਬੈਂਡ ਸਕੋਰ ਸੀ, ਨੋਟ ਲੈਸ ਦੈਨ 6। ਮੇਰੀ 2015 ਚ 10th ਕੰਪਲੀਟ ਸੀ। ਉਸ ਤੋਂ ਬਾਅਦ ਮੇਰੀ 2017 ਚ +2 ਸੀ, ਬਟ ਓਪਨ ਬੋਰਡ ਚ। ਉਸ ਤੋਂ ਬਾਅਦ ਵੀ ਮੇਰਾ 3 ਇਅਰ ਦਾ ਗੈਪ ਸੀ। ਮੇਰੀ ਫਾਈਲ ਬਹੁਤ ਹੀ ਕੰਪਲਿਕੇਟਡ ਸੀ। ਮੈਂ 3 ਤੋਂ 4 ਇਮੀਗ੍ਰੇਸ਼ਨ ਸੈਂਟਰਸ ਵਿੱਚ ਗਈ, ਪਰ ਉੱਥੇ ਮੈਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਸ਼ੋਰਟੀ ਨਹੀਂ ਮਿਲੀ। ਬਟ ਜਦੋਂ ਮੈਂ ਹੈੱਡਕੁਆਟਰ ਇਮੀਗ੍ਰੇਸ਼ਨ ਵਿੱਚ ਆਈ ਤਾਂ ਇੱਥੇ ਇਹਨਾਂ ਨੇ ਬਹੁਤ ਹੀ ਮੇਰਾ ਕੇਸ ਨੂੰ ਪਰਸਨਲੀ ਡੀਲ ਕੀਤਾ ਤੇ ਮੈਨੂੰ ਸ਼ੋਰਟੀ ਦਵਾਈ ਕਿ ਅਸੀਂ ਤੁਹਾਨੂੰ ਪੂਰੀ ਸਕਸੈਸ ਦਿਵਾਵਾਂਗੇ। ਸੋ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਅੱਜ ਮੈਨੂੰ ਵੀਜ਼ਾ ਮਿਲ ਚੁੱਕਾ ਹੈ।
ਸੋ ਮੈਂ ਸਾਰੇ ਸਟੂਡੈਂਟਸ ਨੂੰ ਜੋ ਬਹੁਤ ਹੀ ਕਨਫਿਊਜ਼ ਨੇ ਆਪਣੀ ਫਾਈਲ ਦੇ ਰਿਗਾਰਡਿੰਗ, ਆਪਣੇ ਪ੍ਰੋਸੈਸ ਦੇ ਰਿਗਾਰਡਿੰਗ, ਉਹ ਇੱਕ ਵਾਰ ਜ਼ਰੂਰ ਹੈੱਡਕੁਆਰਟਰ ਇਮੀਗ੍ਰੇਸ਼ਨ ਵਿੱਚ ਵਿਜ਼ਿਟ ਕਰਨ, ਤਾਂ ਜੋ ਇੱਕ ਵਾਰ ਕਾਉਂਸਲਿੰਗ ਲੈਣ ਤਾਂ ਉਹਨਾਂ ਨੂੰ ਵੀ ਪਤਾ ਲੱਗੇ ਕਿ ਇੱਥੋਂ ਦੀ ਸ਼ੋਰਟੀ ਦੂਸਰੇ ਇਮੀਗ੍ਰੇਸ਼ਨ ਸੈਂਟਰਸ ਨਾਲੋਂ ਕਿੰਨੀ ਅਲੱਗ ਹੈ। ਨਾਮ ਜਸਪਿੰਦਰ ਕੌਰ ਆ ਤੇ ਮੈਂ ਜਲੰਧਰ ਤੋਂ ਬਿਲੋਂਗ ਕਰਦੀ ਆ ਤੇ ਮੈਂ ਆਪਣੀ +2 2020 ਚ ਕੀਤੀ ਸੀ ਨਾਨ ਮੈਡੀਕਲ ਸਟਰੀਮ ਵਿਦ 83%। ਫਿਰ ਉਸ ਤੋਂ ਬਾਅਦ ਮੈਂ ਆਪਣੀ ਆਇਲਟਸ ਕੀਤੀ ਜਿਸ ਮੇਰੇ 7.5 ਬੈਂਡਸ ਆਏ ਸੀਗੇ ਓਵਰਆਲ। ਫਿਰ ਉਸ ਤੋਂ ਬਾਅਦ ਮੈਂ ਕਾਫੀ ਕੰਸਲਟੈਂਟਸ ਨੂੰ ਵਿਜ਼ਿਟ ਕੀਤਾ ਬਟ ਮੈਨੂੰ ਹੈੱਡਕੁਆਰਟਰਸ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦੀ ਸਰਵਿਸਿਜ਼ ਸਭ ਤੋਂ ਵਧੀਆ ਲੱਗੀਆਂ। ਇਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਇਹ ਮੇਰਾ ਵੀਜ਼ਾ ਜਲਦ ਤੋਂ ਜਲਦ ਲੈ ਕੇ ਆਉਣਗੇ। ਫਿਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਵਿਦਿਨ 15 ਡੇਜ਼ ਕੈਨੇਡਾ ਦਾ ਸਟੱਡੀ ਵੀਜ਼ਾ ਲੈ ਕੇ ਆ ਗਏ ਹੰਬਰ ਕਾਲਜ ਦਾ, ਥੈਂਕਸ ਟੂ ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼। ਤਾਂ ਤੁਸੀਂ ਸੁਣ ਚੁੱਕੇ ਹੋ ਕਿ ਸਟੂਡੈਂਟਸ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਹੈ, ਕਿਵੇਂ ਉਹਨਾਂ ਨੂੰ ਗਾਈਡ ਕੀਤਾ ਗਿਆ ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ, ਤੇ ਉਹਨਾਂ ਸਟੂਡੈਂਟਸ ਨੇ ਵੀ ਉਸੇ ਤਰੀਕੇ ਨਾਲ ਹੀ ਪੂਰਾ ਕੰਮ ਕੀਤਾ ਔਰ ਉਹਨਾਂ ਦਾ ਵੀਜ਼ਾ ਲੱਗ ਚੁੱਕਿਆ, ਬਹੁਤ ਖੁਸ਼ ਨੇ। ਸੋ ਅਗਲੇ ਕਾਲਰ ਵੀ ਸਾਡੇ ਨਾਲ ਲਾਈਨ ਤੇ ਜੁੜ ਗਏ ਨੇ। ਹੈਲੋ ਜੀ, ਕਾਲ ਕਰ ਚੁੱਕੇ ਤੇ ਮੈਂ ਇੱਥੇ ਜ਼ਰੂਰ ਤੁਹਾਡੇ ਤੋਂ ਇਹ ਜਾਣਨਾ ਚਾਹੂੰਗੀ। ਹੈਲੋ ਜੀ, ਮੈਂ ਗੱਲ ਕਰ ਰਹੀ ਸੀ ਕਿ ਹੁਣ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਕਿ ਕਈ ਥਾਂ ਤੇ ਵੀ ਇਹ ਡਿਪੈਂਡ ਕਰਦਾ ਹੈ ਕਿ ਆਪਾਂ ਪ੍ਰੋਫਾਈਲ ਦੇ ਉੱਪਰ ਕਿਵੇਂ ਕੰਮ ਕਰ ਰਹੇ ਹਾਂ। ਕਿ ਜਿਵੇਂ ਇੱਕ ਲੜਕੀ ਦੀ ਕਾਲ ਆਈ ਸੀ, ਉਹਨਾਂ ਨੇ ਕਿਹਾ ਕਿ ਮੇਰੇ ਓਵਰਆਲ 6 ਨੇ, ਇੱਕ 'ਚ 5.5 ਹੈ, ਤੇ ਕਈਆਂ ਨਾਲ ਪਹਿਲਾਂ ਗੱਲ ਕਰ ਚੁੱਕੀ, ਉਹਨਾਂ ਨੇ ਇਹ ਗੱਲ ਕਹੀ ਕਿ ਨਹੀਂ ਲੱਗ ਸਕਦਾ। ਤਾਂ ਕਿੱਥੇ ਫਰਕ ਆ ਜਾਂਦਾ ਹੈ, ਕਿਉਂਕਿ ਪ੍ਰੋਸੈਸ ਤਾਂ ਸੇਮ ਹੁੰਦਾ ਹੈ, ਤਾਂ ਕਿੱਥੇ ਫਰਕ ਆਉਂਦਾ ਤੁਹਾਡੀ ਵਰਕਿੰਗ ਵਿੱਚ? ਦੇਖੋ ਹਰਜੋਤ, ਫਰਕ ਕਿਸ ਚੀਜ਼ ਦਾ ਹੁੰਦਾ ਹੈ, ਕਈ ਕੰਸਲਟੈਂਟਸ ਨੇ, ਕਈ ਏਜੰਟ ਜਿਹੜੇ ਹੈਗੇ ਨੇ ਜੀ, ਉਹ ਸਿਰਫ ਪਬਲਿਕ ਕਾਲਜਸ ਡੀਲ ਕਰਦੇ ਨੇ, ਐਸਡੀਐਸ ਕੈਟਾਗਰੀ ਡੀਲ ਕਰਦੇ ਨੇ, ਨਾਨ ਐਸਡੀਐਸ ਕੈਟਾਗਰੀ ਕਰਦੇ ਨਹੀਂ, ਕਿਉਂਕਿ ਉਹਦੇ ਵਿੱਚ ਇੱਕ ਤਾਂ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ, ਬੜਾ ਉਹਦੇ ਤਾਂ ਜਦਮਜਹਿਦ ਕਰਨੀ ਪੈਂਦੀ ਹੈ, ਸੋ ਵੀ ਬਹੁਤ ਅੱਛੇ ਤਰੀਕੇ ਨਾਲ ਲਿਖਣੀ ਪੈਂਦੀ ਹੈ, ਟੈਂਸ਼ਨਸ ਬਹੁਤ ਕਲੀਅਰਲੀ ਮੈਂਸ਼ਨ ਕਰਨੀਆਂ ਪੈਂਦੀਆਂ ਨੇ। ਤਾਂ ਬੜੀ ਚੀਜ਼ਾਂ ਨੇ ਜਿਹੜੀਆਂ ਦੇਖ ਰੇਖ ਕਰਨ ਤੋਂ ਬਾਅਦ ਹੀ ਵੀਜ਼ਾਸ ਲੱਗਦੇ ਨੇ, ਉਹ ਹਰ ਕੰਸਲਟੈਂਟ ਨਹੀਂ ਕਰਦਾ ਜੀ। ਹੁਣ ਲੈਟਸ ਸੇ ਜਿਹੜਾ ਇੱਕ ਹਾਰਟ ਦਾ ਸਪੈਸ਼ਲਿਸਟ ਡਾਕਟਰ ਹੈਗਾ, ਕਿ ਉਹ ਕਿਡਨੀ ਦੇ ਰਿਲੇਟਡ ਕੋਈ ਤੁਹਾਡੇ ਸਰਜਰੀ ਕਰ ਦੇਗਾ? ਨਹੀਂ ਕਰ ਸਕਦਾ, ਬਿਲਕੁਲ। ਤਾਂ ਇਸ ਕਰਕੇ ਇਦਾਂ ਹੀ ਕੰਸਲਟੈਂਟਸ ਜਿਹੜੇ ਮਾਰਕੀਟ 'ਚ ਹੈਗੇ ਨੇ, ਕਈ ਕੰਸਲਟੈਂਟ ਸਿਰਫ ਜਿਹੜੇ ਪਬਲਿਕ ਕਾਲਜਸ ਐਸਡੀਐਸ ਕੈਟਾਗਰੀ ਕਰਦੇ ਨੇ, ਔਰ ਜਿਵੇਂ ਹੈੱਡਕੁਆਰਟਰਸ ਦੀ ਅਸੀਂ ਗੱਲ ਕਰੀਏ ਤਾਂ ਚੈਲੰਜਿੰਗ ਫਾਈਲਸ, ਜਿਹੜੀ ਪ੍ਰੋਫਾਈਲ ਚੈਲੰਜਿੰਗ ਹੁੰਦੀਆਂ, ਜਿਹਦਾ ਹਰ ਪੱਖੋਂ ਨਾ ਹੋਈ ਹੁੰਦੀ ਹੈ, ਉਹਦੇ ਵੀਜ਼ਾਸ ਵੀ ਲੈ ਕੇ ਦਿੱਤੇ ਨੇ, ਰੀਸੈਂਟਲੀ ਦਿੱਤੇ ਨੇ। ਮੇਰੇ ਖਿਆਲ 'ਚ ਬੱਚਿਆਂ ਨੇ ਆਪਣੇ ਖੁਦ ਜ਼ੁਬਾਨੀ ਬੱਚਿਆਂ ਨੇ ਦੱਸਿਆ, ਜਦੋਂ ਸੋਸ਼ਲ ਮੀਡੀਆ 'ਚ ਵੀ ਅਸੀਂ ਫੇਸਬੁੱਕ ਤੇ ਯੂਟਿਊਬ ਤੇ ਉਹ ਚੀਜ਼ਾਂ ਸ਼ੇਅਰ ਕੀਤੀਆਂ ਹੋਈਆਂ ਨੇ। ਮੈਂ ਚਾਹੁੰਦਾ ਕਿ ਸਾਡੇ ਫੇਸਬੁੱਕ ਪੇਜ ਜਿਹੜਾ ਹੈ, ਯੂਟਿਊਬ ਜਿਹੜਾ ਸਾਡਾ ਚੈਨਲ ਹੈਗਾ, ਪਲੀਜ਼ ਉਹਨੂੰ ਤੁਸੀਂ ਸਬਸਕ੍ਰਾਈਬ ਕਰੋ, ਤਾਂ ਕਿ ਤੁਹਾਨੂੰ ਜਿਹੜੇ ਲੇਟੈਸਟ ਅਪਡੇਟਸ ਨੇ ਵੀਜ਼ਾਸ ਰਿਲੇਟਡ ਨੇ, ਜਾਂ ਕਿਸ ਤਰੀਕੇ ਦੇ ਬੱਚਿਆਂ ਦੇ ਪ੍ਰੋਫਾਈਲਸ ਤੇ ਵੀਜ਼ਾਸ ਲਗਾ ਕੇ ਦਿੱਤੇ ਨੇ ਕੰਪਨੀ ਨੇ, ਇਹ ਚੀਜ਼ ਦਾ ਬੱਚਿਆਂ ਨੂੰ ਪਤਾ ਲੱਗਦਾ ਰਹੇਗਾ। ਬਿਲਕੁਲ। ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਕੀ ਫਰਕ ਹੈ, ਮੈਂ ਉਹੀ ਸਮਝਾਉਣਾ ਚਾਹੁੰਦਾ ਕਿ ਟਾਈਮ ਜਿਹੜਾ ਐਸਡੀਐਸ ਕੈਟਾਗਰੀ ਪ੍ਰੋਫਾਈਲ ਤੇ ਬਹੁਤ ਘੱਟ ਲੱਗਦਾ ਹੈ, ਪੈਸਾ ਘੱਟ ਲੱਗਦਾ ਹੈ, ਇੱਕ ਸਾਲ ਟਿਊਸ਼ਨ ਫੀ ਹੈ, ਔਰ ਤੁਹਾਡਾ ਜੀਆਈਸੀ ਹੈ, ਔਰ ਤੁਸੀਂ ਐਸਓਪੀ ਲਿਖਦੇ ਹੋ, ਕਈ ਏਜੰਟ ਕੰਸਲਟੈਂਟ ਤਾਂ ਐਸਓਪੀ ਵੀ ਨਹੀਂ ਲਿਖਦੇ ਜੀ, ਤਾਂ ਬੱਚਿਆਂ ਦੇ ਕੀ ਦੇਖਦੇ ਹੋ, ਅਸੀਂ ਰਿਫਿਊਜ਼ਲਸ, ਇੰਟੈਂਸ਼ਨਸ ਨਹੀਂ ਕਲੀਅਰ ਹੁੰਦੀਆਂ। ਹੁਣ ਜੇ ਅਸੀਂ ਨਾਨ ਐਸਡੀਐਸ ਕੈਟਾਗਰੀ ਦੀ ਗੱਲ ਕਰਦੇ ਹਾਂ, ਠੀਕ ਹੈ, ਇੱਕ ਸਾਲ ਟਿਊਸ਼ਨ ਫੀ ਹੈ, ਉਹ ਤੁਹਾਨੂੰ ਅਸੀਂ ਤਾਂ ਵੈਸੇ ਹੀ ਲੈਸ ਦੇ ਰਹੇ ਹਾਂ ਕਿ 3.5 ਲੱਖ ਪਰ ਸਮੈਸਟਰ ਦੀ ਫੀਸ ਭਰ ਕੇ ਜਾ ਸਕਦੇ ਹੋ। ਉਹਦੇ ਨਾਲ ਜੀਆਈਸੀ ਨਾਲ ਤੁਹਾਨੂੰ ਐਕਸਟਰਾ ਫੰਡਸ, ਐਕਸਟਰਾ ਫੰਡਸ ਜਿਹੜੇ ਹੈ 6 ਮੰਥ ਹੋਲਡ ਹੋਣੇ ਚਾਹੀਦੇ ਆ ਤੁਹਾਡੇ ਇਨ ਦਾ ਫਾਰਮ ਆਫ ਐਫਡੀ, ਸੇਵਿੰਗ ਜਾਂ ਐਜੂਕੇਸ਼ਨ ਲੋਨ, ਫਿਰ ਉਸ ਤੋਂ ਬਾਅਦ ਸੋਰਸ ਆਫ ਇਨਕਮ ਵੀ ਚਾਹੀਦਾ। ਮਤਲਬ ਹਰ ਇੱਕ ਚੀਜ਼ ਪਰਫੈਕਟ ਚਾਹੀਦੀ ਹੈ, ਔਰ ਬਹੁਤ ਸਟਰੋਂਗਲੀ ਐਸਓਪੀ ਲਿਖੀ ਹੋਣੀ ਚਾਹੀਦੀ ਹੈ। ਇਹਦੀ ਦੇਖ ਰੇਖ ਕਰਨਗੇ ਸਾਡੇ ਲਾਇਰਸ, ਬਟ ਬੱਚਿਆਂ ਨੂੰ ਖੁਦ ਐਸਓਪੀ ਲਿਖਣੀ ਪੈਣੀ ਹੈ। ਜੇ ਬੱਚੇ ਤੁਸੀਂ ਸੁਪਨਾ ਦੇਖ ਰਹੇ ਹੋ ਨਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ, ਤਾਂ ਐਸਓਪੀ ਲਿਖਣੀ ਪੈਣੀ ਹੈ। ਹੁਣ ਪਿੱਛੇ ਮੈਂ ਕਈ ਬੱਚਿਆਂ ਨਾਲ ਜਦੋਂ ਮੁਲਾਕਾਤ ਕੀਤੀ ਤਾਂ 2 ਬੱਚੇ ਮੈਨੂੰ ਇਹੋ ਜਿਹੇ ਮਿਲੇ ਕਿ ਜਿਹੜੇ ਕਹਿੰਦੇ ਸੀ ਅਸੀਂ ਐਸਓਪੀ ਲਿਖ ਹੀ ਨਹੀਂ ਸਕਦੇ। ਜਦੋਂ ਉਹਨਾਂ ਸਮਝਾਇਆ ਕਿ ਸਟੇਟਮੈਂਟ ਆਫ ਪਰਪਸ ਹੈ, ਤੁਸੀਂ ਆਪਣਾ ਬਰੀਫ ਕਰਨਾ ਹੈ ਕਿ ਤੁਸੀਂ 10 ਤੋਂ ਬਾਅਦ ਕੀ ਕੀਤਾ ਹੈ, ਤੁਸੀਂ ਕੈਨੇਡਾ ਕਿਉਂ ਜਾਣਾ ਚਾਹੁੰਦੇ ਹੋ, ਕਿਹੜਾ ਕਾਲਜ ਲੈ ਰਹੇ ਹੋ, ਕਈ ਚੀਜ਼ਾਂ ਨੇ, ਅਸੀਂ ਉਹਨਾਂ ਨੂੰ ਕੀ ਕਹਿੰਦੇ ਆ ਇੱਕ ਚੈੱਕਲਿਸਟ ਦੇ ਦਿੰਦੇ, ਪ੍ਰੋਵਾਈਡ ਕਰਵਾ ਦਿੰਦੇ ਹਾਂ, ਤਾਂ ਉਹਦੇ ਮੁਤਾਬਿਕ ਅਸੀਂ ਸਮਝਾਉਂਦੇ ਹਾਂ। ਪਰ ਬੱਚੇ, ਇਸ ਗੱਲ ਤੇ ਮੈਨੂੰ ਹੈਰਾਨੀ ਹੋਈ ਕਿ ਬੱਚੇ ਕਹਿ ਰਹੇ ਕਿ ਅਸੀਂ ਲਿਖ ਹੀ ਨਹੀਂ ਸਕਦੇ। ਜੇ ਕੈਨੇਡਾ ਤੁਸੀਂ ਜਾਣਾ ਚਾਹੁੰਦੇ ਹੋ, ਜੇ ਇਹ ਚੀਜ਼ਾਂ ਤੁਸੀਂ ਪਹਿਲਾਂ ਦੀ ਤਿਆਰੀ ਕਰ ਸਕਦੇ, ਲਿਖ ਕੇ ਨਹੀਂ ਤੁਸੀਂ ਲਿਆ ਸਕਦੇ, ਠੀਕ ਹੈ, ਪਾਲਿਸੀ ਸਾਡੇ ਲਾਇਰਸ ਕਰਨਗੇ, ਵੀਜ਼ੇ ਤੱਕ ਸਾਡੇ ਲਾਇਰਸ ਤੁਹਾਨੂੰ ਪਹੁੰਚਾ ਰਹੇ ਨੇ, ਪਰ ਜਿਹੜੀ ਤਿਆਰੀ ਹੈ ਤੁਹਾਨੂੰ ਖੁਦ ਕਰਨੀ ਪੈਣੀ, ਵਰਕ ਤੁਹਾਨੂੰ ਖੁਦ ਕਰਨਾ ਪੈਣਾ ਹੈ। ਹੁਣ ਚਾਹੇ ਇਮੀਗ੍ਰੇਸ਼ਨ ਲਾਇਰਸ ਨੇ, ਚਾਹੇ ਕੰਸਲਟੈਂਟਸ ਨੇ, ਤਾਂ ਉਹ ਕੋਈ ਰੱਬ ਤਾਂ ਹੈ ਨਹੀਂ, ਕੋਈ ਸੇਂਟ ਤਾਂ ਹੈ ਨਹੀਂ ਕਿ ਬੱਚੇ ਦਾ ਮੂੰਹ ਦੇਖਿਆ ਤੇ ਪੜ੍ਹ ਲਿਆ ਉਹਨੇ, ਗੈਪ ਉਹਦਾ ਕਿਉਂ ਹੈ, ਜਾਂ ਉਹਦੀ ਰਿਜੈਕਸ਼ਨ ਕਿਉਂ ਆਈ ਹੈ, ਜਾਂ ਉਹਨੇ ਡਾਕੂਮੈਂਟਸ ਜਿਹੜੇ ਲਗਾਏ ਨੇ ਕੀ ਕੀ ਲਏ। ਅਸੀਂ ਇਹ ਚੀਜ਼ਾਂ
ਤਦ ਤੱਕ ਨਹੀਂ ਸਮਝ ਸਕਦੇ ਜਦ ਤੱਕ ਬੱਚਾ ਬੱਚਾ ਨਹੀਂ ਆਪਣੇ clear, ਬਿਲਕੁਲ। ਮੂੰਹ ਤੋਂ ਆਪ ਨਹੀਂ ਦੱਸਦਾ। ਹੁਣ ਕਈ ਬੱਚੇ ਦੇਖਦੇ ਆ ਕਿ ਕਈ ਬੱਚੇ ਕਾਫੀ ਚੀਜ਼ਾਂ ਨਾ ਹਾਈਡ ਕਰ ਜਾਂਦੇ ਨੇ। ਜੀ ਜੇ ਅਸੀਂ ਹੁਣ ਫੋਨ ਤੇ ਗੱਲ ਕਰੀਏ, ਕਾਲਰਸ ਦੀ ਗੱਲ ਕਰੀਏ, ਤਾਂ ਜਦੋਂ ਕਾਲ ਕਰਦੇ ਨੇ ਇੱਥੇ ਕੁਝ ਹੋਰ ਕਹਿੰਦੇ ਆ, ਬਿਲਕੁਲ, ਜਦੋਂ ਆਉਂਦੇ ਆ ਕੁਝ ਹੋਰ ਕਹਿੰਦੇ ਆ। ਬਿਲਕੁਲ। ਤਾਂ ਇਸ ਕਰਕੇ ਮੈਂ ਚਾਹੁੰਦਾ ਕਿ ਠੀਕ ਹੈ ਤੁਸੀਂ ਹਰ ਗੱਲਾਂ ਜੇ ਫੋਨ ਤੇ ਸ਼ੇਅਰ ਨਹੀਂ ਕਰ ਸਕਦੇ, ਬਟ ਜਦੋਂ ਤੁਸੀਂ ਸਾਨੂੰ ਮਿਲ ਰਹੇ ਹੋ ਨਾ ਆ ਕੇ, ਇੱਕ ਇੱਕ ਚੀਜ਼ ਕਲੀਅਰ ਕਰਿਆ ਕਰੋ ਕਿ ਤੁਹਾਡਾ ਜਿਹੜਾ, ਜਿਵੇਂ ਆਪਾਂ ਡਾਕਟਰ ਕੋਲ ਜਾਂਦੇ ਆ, ਲਾਇਰ ਕੋਲ ਜਾਂਦੇ ਆ, ਤਾਂ ਆਪਣਾ ਜਿਹੜਾ ਹਰ ਇੱਕ ਚੀਜ਼ ਦਾ ਜ਼ਿਕਰ ਕਰਨਾ ਪੈਂਦਾ ਹੈ। ਜੇ ਤੁਸੀਂ ਪਰਫੈਕਟ ਦਵਾਈ ਲੈਣੀ ਨਾ, ਜੇ ਤੁਹਾਡੇ ਲੱਤ 'ਤੇ ਦਰਦ ਹੋ ਰਹੀ ਹੈ ਦੱਸੋਗੇ ਡਾਕਟਰ ਨੂੰ, ਤਾਂ ਹੀ ਉਹ ਦਰਦ ਦੀ ਦਵਾਈ ਲੱਤ ਦੀ ਦੇਗਾ ਨਾ, ਕਿ ਕਿਸੇ ਹੋਰ ਚੀਜ਼ ਦੀ ਦਵਾਈ ਦੇ ਦੇ। ਜੀ ਹੁਣ ਲਾਇਰ ਨੇ ਤੁਹਾਡਾ ਕੇਸ ਜੇ ਸਮਝੇਗਾ ਤਾਂ ਹੀ ਕੇਸ ਤੇ ਲੜੇਗਾ। ਇਹ ਚੀਜ਼ਾਂ ਨੇ, ਇਹ ਜਿਵੇਂ ਇਮੀਗ੍ਰੇਸ਼ਨ, ਜੇ ਆਪਾਂ ਗੱਲ ਕਰਦੇ ਹਾਂ ਵੀਜ਼ੇ ਤੱਕ, ਮੁਕਾਮ ਤੱਕ ਜੇ ਤੁਸੀਂ ਪਹੁੰਚਣਾ ਚਾਹੁੰਦੇ ਹੋ, ਤਾਂ ਜਦ ਤੱਕ ਤੁਸੀਂ ਆਪਣੀ ਕਲੈਰਿਟੀ ਬਿਲਕੁਲ ਓਪਨ ਨਹੀਂ ਕਰਦੇ ਨਾ, ਦੱਸਦੇ ਨਹੀਂ ਕਿ ਮੇਰਾ ਰਿਜੈਕਸ਼ਨ ਆਈ ਹੈ ਜਾਂ ਮੇਰੇ ਕਿਸ ਕਾਰਨ ਕਰਕੇ ਰਿਜੈਕਸ਼ਨ ਸੀ। ਹੁਣ ਬੱਚੇ ਨਾ ਕਈ ਰਿਜੈਕਸ਼ਨ ਹੀ ਹਾਈਡ ਕਰਦੇ ਨੇ। ਅੱਛਾ। ਕਈ ਬੱਚਿਆਂ ਨੇ ਟੂਰਿਸਟ ਵੀਜ਼ਾ ਅਪਲਾਈ ਕੀਤਾ ਹੁੰਦਾ, ਉਹ ਵੀ ਹਾਈਡ ਕਰ ਜਾਂਦੇ ਨੇ, ਜਦ ਕਿ ਤੁਹਾਨੂੰ ਪਤਾ ਕਿ ਜਦੋਂ ਅਸੀਂ ਬੱਚਿਆਂ ਦੀ ਫਾਈਲ ਪੁੱਟ ਅਪ ਕਰਨੀ ਹੈ, ਜਦੋਂ ਉਹਨਾਂ ਦਾ ਫਾਰਮ ਫਿਲ ਅਪ ਹੋਣਾ ਹੈਗਾ, ਇਹ SOP ਲਿਖਣੀ ਹੈ, ਉਹ 'ਚ ਮੈਂਸ਼ਨ ਕਰਨਾ ਪੈਂਦਾ ਹੈ ਕਿ ਤੁਸੀਂ ਕੋਈ ਵੀਜ਼ਾ ਤੁਹਾਡਾ ਰਿਫਿਊਜ਼ ਹੋਇਆ। ਜੀ ਜੀ ਜੀ, ਬਿਲਕੁਲ ਤਾਂ ਬਿਲਕੁਲ। ਉਹਦੇ ਕਰਕੇ ਬੈਨ ਮਿਲ ਜਾਂਦਾ ਹੈ। ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖਿਆ ਕਰੋ। ਵੀਜ਼ੇ ਦੇ ਮੁਕਾਮ ਤੱਕ ਤਾਂ ਠੀਕ ਹੈ, ਹੈੱਡਕੁਆਟਰ ਆਫ ਇਮੀਗ੍ਰੇਸ਼ਨ ਜਿਹੜੇ ਹੈ ਲਾਇਰਸ ਦੇ ਨਾਲ ਜੁੜ ਕੇ ਪਹੁੰਚਾ ਰਹੀ ਹੈ ਵੀਜ਼ੇ ਦੇ ਮੁਕਾਮ ਤੱਕ, ਬਟ ਅਸੀਂ ਵੀ ਤਦ ਹੀ ਪਹੁੰਚਾਵਾਂਗੇ ਜਦ ਤੁਸੀਂ ਹਰ ਇੱਕ ਚੀਜ਼ ਜਿਹੜਾ ਹੈ ਇੱਕ ਕਲੀਅਰ ਹੋ ਕੇ, ਇੱਕ ਜੈਨੂਇਨ ਸਟੂਡੈਂਟ ਹੋ ਕੇ ਦੱਸੋਗੇ, ਤਾਂ ਹੀ ਅਸੀਂ ਲਿਖ ਪਾਵਾਂਗੇ ਜਾਂ ਅਸੀਂ ਤੁਹਾਡੀ SOP ਨੂੰ ਕੀ ਕਹਿੰਦੇ ਆ ਕਲੀਅਰ ਕਰ ਪਾਵਾਂਗੇ, ਉਹਦੇ ਵਿੱਚ ਹੈ ਨਾ ਪਾਲਿਸ਼ ਕਰ ਪਾਵਾਂਗੇ, ਤਾਂ ਹੀ ਵੀਜ਼ੇ ਦੇ ਮੁਕਾਮ ਤੱਕ ਪਹੁੰਚਿਆ ਜਾਏ। ਜੀ ਜੀ ਜੀ, ਬਿਲਕੁਲ। ਤੇ ਆਪਣੇ ਦਰਸ਼ਕਾਂ ਨੂੰ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਇਹ ਬਿਲਕੁਲ ਸਹੀ ਗੱਲ ਹੈ, ਕਿਉਂਕਿ ਫੋਨ ਤੇ ਜਦੋਂ ਅਸੀਂ ਗੱਲ ਕਰ ਰਹੇ ਹੁੰਦੇ ਹਾਂ, ਸਾਡੇ ਕਈ ਵਾਰੀ ਖੁਦ ਗੱਲਾਂ ਸਕਿਪ ਹੋ ਜਾਂਦੀਆਂ, ਕਈ ਵਾਰੀ ਕੁਝ ਖਾਸ ਗੱਲਾਂ, ਤੇ ਇਸੇ ਲਈ ਤੁਸੀਂ ਜਦੋਂ ਡਾਕੂਮੈਂਟਸ ਲੈ ਕੇ ਆਪਣੇ ਵਿਜ਼ਿਟ ਕਰਦੇ ਹੋ ਤਾਂ ਤੁਹਾਡੇ ਡਾਕੂਮੈਂਟਸ ਦੇਖੇ ਜਾਂਦੇ ਨੇ, ਉਹਨਾਂ ਦੀ ਅਸੈਸਮੈਂਟ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੀ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾਂਦਾ ਹੈ ਕਿ ਤੁਹਾਡੇ ਲਈ ਕਿਹੜੀ ਆਪਸ਼ਨ ਸਹੀ ਹੈ, ਤੁਹਾਨੂੰ ਕਿਸ ਤਰੀਕੇ ਨਾਲ ਆਪਣਾ ਜੋ ਫਾਈਲਿੰਗ ਦਾ ਕੰਮ ਕਰਨਾ ਚਾਹੀਦਾ। ਤੇ ਮੈਂ ਇੱਥੇ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗੀ ਕਿ ਜੇਕਰ ਤੁਸੀਂ ਹੈੱਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਪਟਿਆਲਾ, ਸੰਗਰੂਰ ਅਤੇ ਬਠਿੰਡਾ ਦੇ ਵਿੱਚ ਆਫਿਸ ਨੇ ਇਹਨਾਂ ਦੇ। ਤੁਹਾਨੂੰ ਜਿਹੜਾ ਵੀ ਆਫਿਸ ਨੇੜੇ ਲੱਗੇ ਉੱਥੇ ਜ਼ਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ। ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਜਾਣਾ ਤਾਂ ਕਿ ਸਹੀ ਤਰੀਕੇ ਨਾਲ ਤੁਹਾਡੀ ਅਸੈਸਮੈਂਟ ਤੁਹਾਡੇ ਡਾਕੂਮੈਂਟਸ ਦੀ ਹੋਵੇ ਔਰ ਸਹੀ ਤਰੀਕੇ ਨਾਲ ਤੁਹਾਨੂੰ ਗਾਈਡ ਕੀਤਾ ਜਾ ਸਕੇ ਕਿ ਇਸ ਟਾਈਮ ਤੇ ਤੁਹਾਡੇ ਕੋਲ ਕਿਹੜੀ ਬੈਸਟ ਆਪਸ਼ਨ ਹੈ ਆਪਣੇ ਫਿਊਚਰ ਨੂੰ ਬ੍ਰਾਈਟ ਬਣਾਉਣ ਦੇ ਲਈ। ਤੇ ਆਪਾਂ ਹੁਣ ਜਿਵੇਂ ਕੈਨੇਡਾ ਬਾਰੇ ਗੱਲ ਕਰ ਹੀ ਰਹੇ ਹਾਂ, ਤਾਂ ਤੁਸੀਂ ਇੱਥੇ ਹੁਣ ਸਟੂਡੈਂਟਸ ਨੂੰ ਕੀ ਸੁਜੈਸਟ ਕਰਦੇ ਹੋ, ਕਿਉਂਕਿ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਆਲਮੋਸਟ ਜੋ ਹੈ ਕੈਨੇਡਾ ਦਾ ਜਨਵਰੀ ਔਰ ਮਈ ਇਨਟੇਕ ਤੱਕ ਵੀ ਜੋ ਹੈ ਬਹੁਤ ਜ਼ਿਆਦਾ ਫੁੱਲ ਚੱਲ ਰਿਹਾ ਹੈ, ਕੀ ਸੁਜੈਸਟ ਕਰ ਰਹੇ ਹੋ ਜੋ ਸਟੂਡੈਂਟਸ ਬਸ ਟੋਟਲੀ ਕੈਨੇਡਾ ਹੀ ਸਿਰਫ ਜਾਣਾ ਚਾਹੁੰਦੇ ਨੇ, ਉਹੀ ਉਹਨਾਂ ਦੀ ਡ੍ਰੀਮ ਡੈਸਟੀਨੇਸ਼ਨ ਹੈ? ਸਭ ਤੋਂ ਪਹਿਲਾਂ ਤਾਂ ਮੈਂ ਇਹੀ ਦੱਸਣਾ ਚਾਹੁੰਦਾ ਹਰਜੋਤ ਇੱਥੇ ਕਿ ਜਿਹੜੇ ਬੱਚੇ ਸੋਚ ਰਹੇ ਨੇ ਕਿ ਅਸੀਂ ਕੈਨੇਡਾ ਅਪਲਾਈ ਕਰਨਾ, ਤਾਂ ਹਰ ਇੱਕ ਚੀਜ਼ ਬੜੀ ਤੇਜ਼ੀ ਨਾਲ ਉਹਨਾਂ ਨੂੰ ਕਰਨੀ ਪੈਣੀ ਹੈ। ਜੀ ਜੀ। ਜੋ ਵੀ ਤੁਸੀਂ ਕੰਸਲਟੈਂਟ ਕੋਲ ਜਾਣਾ ਹੈ, ਕਿਸੇ ਕੋਲ ਵੀ ਜਾਣਾ ਹੈ, ਸਭ ਤੋਂ ਪਹਿਲਾਂ ਉਹਦੀ ਰੈਪੂਟੇਸ਼ਨ ਦੇਖ ਲਓ, ਉਹਦਾ ਤੁਸੀਂ ਸਕਸੈਸ ਰੇਟ ਦੇਖ ਲਓ, ਵੀਜ਼ਾ ਦਾ ਸਕਸੈਸ ਰੇਟ ਦੇਖ ਲਓ, ਤਾਂ ਹੀ ਤੁਹਾਨੂੰ ਸਮਝ ਆਏਗੀ ਕਿ ਕੰਸਲਟੈਂਟ ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਪਹੁੰਚਾ ਰਿਹਾ ਕਿ ਰਿਜੈਕਸ਼ਨਸ ਤੁਹਾਨੂੰ ਦਵਾ ਕੇ ਦੇ ਰਿਹਾ। ਇਹ ਚੀਜ਼ਾਂ ਦੇਖਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਸਾਡੇ ਕੋਲ ਆਓ, ਮੈਂ ਕਹਿੰਦਾ ਕਿ ਸਾਡੇ ਕੋਲ ਆਉਣ ਤੋਂ ਪਹਿਲਾਂ ਜਿੰਨੇ ਵੀ ਤੁਹਾਨੂੰ ਦਿਲ ਕਰਦਾ ਕੰਸਲਟੈਂਟਸ ਕੋਲ ਜਾਣ ਦਾ, ਉੱਥੇ ਜ਼ਰੂਰ ਜਾ ਕੇ ਆਇਆ ਕਰੋ। ਜੀ ਜੀ। ਤਾਂ ਹੀ ਪਤਾ ਲੱਗਦਾ ਕਿ ਫਰਕ ਕੀ ਹੈਗਾ, ਤਾਂ ਹੀ ਪਤਾ ਲੱਗਦਾ ਕਿ ਹੈੱਡਕੁਆਟਰ ਆਫ ਇਮੀਗ੍ਰੇਸ਼ਨ ਦਾ ਕੰਮ ਕਰਨ ਦਾ ਤਰੀਕਾ ਹੋਰਾਂ ਨਾਲੋਂ ਕੀ ਲੱਗਾ। ਬਿਲਕੁਲ ਬਿਲਕੁਲ। ਤੁਹਾਨੂੰ ਵੀਜ਼ੇ ਦੇ ਮੁਕਾਮ ਤੇ ਜੇ ਪਹੁੰਚਾ ਰਿਹਾ ਕਿ ਉਹ ਗੱਲ ਸੱਚ ਹੈ, ਕਿੰਨੀ ਕੁ ਸੱਚਾਈ ਹੈ, ਇਹ ਬੱਚਿਆਂ ਨੂੰ ਖੁਦ ਦੇਖਣਾ ਪੈਣਾ। ਹੁਣ ਬੱਚੇ ਆਪ ਵਰਕ ਤਾਂ ਕਰਦੇ ਨਹੀਂ। ਕਈ ਬੱਚੇ ਜਿਨ੍ਹਾਂ ਨੇ ਜਾਣਾ ਹੁੰਦਾ ਹੈ ਬਾਹਰ ਵਿਦੇਸ਼ ਜਾਣਾ, ਉਹ ਤਾਂ ਕਹਿੰਦੇ ਆ, ਮਾਪੇ ਕਹਿੰਦੇ ਕਿ ਪੈਸੇ ਅਸੀਂ ਦੇਣ ਨੂੰ ਤਿਆਰ ਹਾਂ। ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਾਲਜ, ਬਿਲਕੁਲ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਜਿਹੜੀ ਪੜ੍ਹਾਈ ਚੂਜ਼ ਕਰਕੇ ਮੈਨੂੰ ਏਜੰਟ ਦੇ ਰਿਹਾ ਹੈ ਜਾਂ ਜਿਹੜਾ ਕਾਲਜ ਦੇ ਰਿਹਾ ਹੈ, ਤਾਂ ਉਹ ਕੀ PR ਰਿਲੇਟਡ ਕੋਰਸ ਹੈਗੇ ਨੇ, ਹਾਂ ਬਿਲਕੁਲ ਬਿਲਕੁਲ, ਕੀ ਉਹਦਾ ਵਰਕ ਪਰਮਿਟ ਹੈਗਾ। ਤਾਂ cic.gc.ca ਐਵਰੀ ਇਨਫੋਰਮੇਸ਼ਨ ਇਜ਼ ਅਵੇਲੇਬਲ ਓਵਰ ਦੇਅਰ। ਤੁਸੀਂ ਹਰ ਇੱਕ ਚੀਜ਼ ਦੇਖ ਸਕਦੇ ਹੋ। ਅੱਜ ਕੱਲ ਤਾਂ ਗੂਗਲ ਤੇ ਤੁਸੀਂ ਸਭ ਕੁਝ ਬੈਠ ਕੇ ਹਰ ਜਿੱਥੇ ਵੀ ਤੁਸੀਂ ਹੈਗੇ ਹੋ, ਜੋ ਵੀ ਕਰਦੇ ਪਏ ਹੋ, ਤੁਸੀਂ ਚੈੱਕ ਕਰ ਸਕਦੇ ਹੋ, ਬਿਲਕੁਲ ਬਿਲਕੁਲ ਔਨ ਦੀ ਸਪੌਟ ਦੇਖ ਸਕਦੇ ਹੋ। ਤਾਂ ਇਹ ਚੀਜ਼ ਦਾ ਧਿਆਨ ਬੱਚਿਆਂ ਨੂੰ ਰੱਖਣਾ ਪੈਣਾ ਹੈ ਕਿ ਕੀ ਤੁਹਾਨੂੰ ਜਿਹੜੇ ਤੁਸੀਂ ਕੰਸਲਟੈਂਟ ਦੇ ਕੋਲ ਗਏ ਹੋ, ਕੀ ਤੁਹਾਨੂੰ ਪਾਗਲ ਤਾਂ ਨਹੀਂ ਬਣਾ ਰਿਹਾ, ਬਿਲਕੁਲ ਕੀ ਤੁਹਾਡਾ ਫਿਊਚਰ ਜਿਹੜਾ ਹੈ ਕੀ ਕਹਿੰਦੇ ਬ੍ਰਾਈਟ ਕਰਨ ਦੀ ਥਾਂ ਤੁਹਾਡਾ ਡਾਰਕ ਤੇ ਨਹੀਂ ਕਰ ਰਿਹਾ। ਬਿਲਕੁਲ ਬਿਲਕੁਲ। ਕਿਉਂਕਿ ਕੱਲਾ ਆਪਾਂ ਇਹ ਵੀ ਨਹੀਂ ਦੇਖਣਾ ਕਿ ਵੀਜ਼ਾ, ਆਪਾਂ ਇਹ ਵੀ ਦੇਖਣਾ ਕਿ ਟੌਪ ਰੈਂਕਿੰਗ ਦੇ ਕਾਲਜਸ ਹੈਗੇ। ਜੀ ਜੀ। ਬੱਚਿਆਂ ਦਾ ਇੱਕ ਮੋਟਿਵ ਹੈ
ਪੜ੍ਹਾਈ ਕਰਨਾ ਤਾਂ ਪੜ੍ਹਾਈ ਦੇ ਬੇਸ ਤੇ ਉਹਨਾਂ ਨੇ ਬਾਹਰ ਜਾਣਾ ਹੈ। ਜੀ ਤਾਂ ਬੱਚਿਆਂ ਦਾ ਮੇਨ ਮੋਟਿਵ ਕੀ ਹੈ? ਉਹ ਕੀ ਹੈ? ਉਹ ਤਾਂ ਸੈਟਲ ਹੋਣ ਦਾ ਹੈ। ਬਿਲਕੁਲ ਹੁਣ ਬਿਲਕੁਲ ਤੁਹਾਡੇ ਕੋਲ ਪੀਆਰ ਰਿਲੇਟਡ ਕੋਰਸ ਹੀ ਨਹੀਂ ਹੋਣਗੇ, ਉਹ ਕਾਲਜਸ ਹੀ ਨਹੀਂ ਹੋਣਗੇ, ਤਾਂ ਪੀਆਰ ਕਿੱਥੋਂ ਮਿਲ ਜੇਗੀ? ਬਿਲਕੁਲ ਪੈਸਾ ਵੀ ਖਰਾਬ, ਟਾਈਮ ਵੀ ਬਰਬਾਦ, ਤੇ ਉਸ ਤੋਂ ਬਾਅਦ ਤੁਸੀਂ ਧੱਕੇ ਖਾ ਕੇ ਇੰਡੀਆ ਵਾਪਸ ਆਉਂਗੇ। ਕੀ ਇਹੋ ਜਿਹੇ ਕੇਸਿਸ ਤੁਹਾਨੂੰ ਵੀ ਦੇਖਣ ਨੂੰ ਮਿਲੇ ਨੇ ਕਿ ਸਟੂਡੈਂਟਸ ਨੂੰ ਇਹ ਕੰਪਲੇਂਟ ਰਹੀ ਹੈ ਕਿ ਵੀ ਇਸ ਤਰ੍ਹਾਂ ਦੇ ਕਾਲਜ ਉਹਨਾਂ ਨੂੰ ਸੁਜੈਸਟ ਕਰ ਦਿੱਤੇ ਗਏ ਜਿੱਥੇ ਉਹ ਜਾਂਦੇ ਕਈ ਕਾਉਂਸਲਰਸ ਕੋਲ ਕਿ ਜਿੱਥੇ ਅੱਗੋਂ ਜਾ ਕੇ ਉਹਨਾਂ ਨੂੰ ਪੀਆਰ 'ਚ ਪ੍ਰੋਬਲਮ ਆਈ ਹੈ ਕੁਛ ਐਵੇਂ? ਰੀਸੈਂਟਲੀ ਇੱਕ ਮੈਂ ਕੇਸ ਸ਼ੇਅਰ ਕਰਨਾ ਚਾਹੁੰਦਾ ਹੈ ਮੰਚ ਤੇ ਕਿ ਮੇਰੇ ਨੋਨ ਦੇ ਵਿੱਚ ਇੱਕ ਬੱਚੇ ਦਾ ਵੀਜ਼ਾ ਲਗਵਾਇਆ ਕਿਸੇ ਏਜੰਟ ਤੋਂ ਜੀ ਤੇ ਓਵਰਆਲ ਤਾਂ 7 ਬੈਂਡ ਹੈਗੇ ਸੀ ਉਹਦੇ, ਔਰ ਉਹਨੂੰ ਪ੍ਰਾਈਵੇਟ ਕਾਲਜ ਦੇਤਾ। ਓਕੇ ਚਲੋ ਕੋਇਨਸੀਡੈਂਟਲੀ ਉਹਦਾ ਵੀਜ਼ਾ ਆ ਗਿਆ, ਕਿਉਂਕਿ ਇੱਕ ਦੇਖੋ ਹਰਜੋਤ ਕਿਸਮਤ ਹੀ ਬਹੁਤ ਕਾਊਂਟ ਕਰਦੀ ਹੈ। ਬਿਲਕੁਲ ਤਾਂ ਕੋਇਨਸੀਡੈਂਟਲੀ ਉਹਦਾ ਵੀਜ਼ਾ ਆ ਗਿਆ। ਮੈਨੂੰ ਉਹਦੀ ਕੈਨੇਡਾ ਤੋਂ ਜਾ ਕੇ ਕਾਲ ਆਈ ਕਿ ਸਰ ਇਸ ਕਾਲਜ ਦਾ ਤਾਂ ਵਰਕ ਪਰਮਿਟ ਹੀ ਨਹੀਂ ਹੈਗਾ, ਓ ਕਿ ਸਰ ਮੈਂ ਤਾਂ ਪੜ੍ਹਨਾ ਹੀ ਨਹੀਂ ਹੈਗਾ। ਜਦ ਕਿ ਪੈਸਾ ਵੀ ਇੰਨਾ ਭਰਤਾ ਉਹਨੇ ਇੱਥੇ, ਪੈਸਾ ਵੀ ਇੰਨਾ ਏਜੰਟ ਨੂੰ ਦੇਤਾ, ਬਟ ਕੀ ਸੱਟਾਂ ਮਿਲਿਆ? ਹੁਣ ਉੱਥੇ ਗਲਤੀ ਕਿਹਦੀ ਸੀ? ਜੀ 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 ਬੱਚੇ ਦੀ। ਬਿਲਕੁਲ ਬੱਚੇ ਨੇ ਵਰਕਆਊਟ ਨਹੀਂ ਕੀਤਾ, ਬੱਚੇ ਨੇ ਕੁਐਸਚਨ ਨਹੀਂ ਕੀਤੇ ਕੰਸਲਟੈਂਟ ਨਾਲ, ਬੱਚੇ ਨੇ ਪੁੱਛਿਆ ਨਹੀਂ, ਬੱਚੇ ਦਾ ਰਾਈਟ ਹੈ। ਹੁਣ ਬੱਚਾ ਜਦੋਂ ਫਾਈਲ ਲੈ ਕੇ ਜਾਂਦਾ ਹੈ, ਉਹ ਕੰਸਲਟੈਂਟ ਨੂੰ ਪ੍ਰੋਸੈਸਿੰਗ ਫੀਸ ਵੀ ਦੇ ਰਿਹਾ ਹੈ, ਹਰ ਇੱਕ ਚੀਜ਼ ਆਪਣੀ ਕੇਸ ਵੀ ਦੇ ਰਿਹਾ, ਅੱਛੀ ਪ੍ਰੋਫਾਈਲ ਵੀ ਸ਼ੇਅਰ ਕਰ ਰਿਹਾ, ਤਾਂ ਉਹਦਾ ਰਾਈਟ ਬਣਦਾ। ਜੀ ਜੀ ਬਿਲਕੁਲ। ਤਾਂ ਬੱਚੇ ਇਹ ਚੀਜ਼ਾਂ ਧਿਆਨ ਰੱਖਣ। ਹੁਣ ਮੈਂ ਉਹ ਬੱਚੇ ਦੀ ਸ਼ੇਅਰ ਕਰਦਾ ਹਾਂ ਪ੍ਰੋਫਾਈਲ, ਤੁਹਾਨੂੰ ਦੱਸ ਵੀ ਰਿਹਾ ਕਿ ਬੱਚੇ ਨੇ ਜਦੋਂ ਕਾਲ ਕੀਤੀ ਕਿ ਸਰ ਮੈਂ ਤਾਂ ਬਹੁਤ ਬੁਰੇ ਤਰੀਕੇ ਨਾਲ ਫਸ ਗਿਆ, ਮੈਂ ਤਾਂ ਪੜ੍ਹਨਾ ਨਹੀਂ ਚਾਹੁੰਦਾ, ਔਰ ਉਹਦਾ ਮੈਂ ਇੱਥੇ ਬੈਠੇ ਹੀ ਕਾਲਜ ਉਹਦਾ ਚੇਂਜ ਕਰਵਾਇਆ। ਓਕੇ ਤਾਂ ਉਹਦੀ ਐਡਮਿਸ਼ਨ ਮੈਂ ਜਿਹੜੀ ਹੈ ਪਬਲਿਕ ਕਾਲਜ ਸੇਂਟ ਲਾਰੈਂਸ ਕਾਲਜ ਦੇ ਵਿੱਚ ਕਰਾਈ ਹੈ ਬੱਚੇ ਦੀ। ਠੀਕ ਹੈ ਤੇ ਨਾਓ ਹੀ ਵਾਸ ਸੋ ਮਚ ਹੈਪੀ ਕਿ ਵਿਦ ਇਨ ਅ ਵੀਕ ਹੋਲ ਪ੍ਰੋਸੈਸ ਗॉट ਡਨ, ਯੂ نو। ਤਾਂ ਉਹ ਚੀਜ਼ਾਂ ਹੋ ਗਈਆਂ ਨੇ। ਹੁਣ ਮੈਂ ਇਹ ਚੀਜ਼ ਉਦਾਹਰਨ ਕਿਉਂ ਦਿੱਤੀ ਹੈ? ਇਸੇ ਚੀਜ਼ ਕਰਕੇ ਕਿ ਬੱਚਿਓ, ਜੇ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ, ਠੀਕ ਹੈ, ਕੰਸਲਟੈਂਟ ਚੋਣ ਕਰਦੇ ਹੋ, ਤੁਹਾਡਾ ਰਾਈਟ ਹੈ ਹਰ ਇੱਕ ਚੀਜ਼ ਦਾ ਸਵਾਲ ਪੁੱਟ ਅਪ ਕਰਨਾ, ਉਸ ਚੀਜ਼ ਤੇ ਜਾਣਕਾਰੀ ਲੈਣੀ, ਕਾਲਜ ਕਿਹੜਾ ਤੁਸੀਂ ਚੈੱਕ ਕਰਨਾ, ਤੁਸੀਂ ਦੇਖਣਾ ਕਿ ਕਾਲਜ ਮੈਨੂੰ ਵਧੀਆ ਮਿਲਿਆ, ਮੈਨੂੰ ਪੀਜੀ ਜਿਹੜਾ ਹੈ ਵਰਕ ਪਰਮਿਟ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਇਹ ਚੀਜ਼ਾਂ ਧਿਆਨ ਤੁਹਾਨੂੰ ਹੀ ਰੱਖਣਾ ਪੈਣਾ। ਜੀ 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 ਅਗਲੇ ਕਾਲਰ ਲਾਈਨ ਤੇ ਨੇ। ਹੈਲੋ 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 ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਮੈਂ ਕਰਮਜੀਤ ਸਿੱਧੂ ਬੋਲ ਰਿਹਾ ਜੀ, ਪਟਿਆਲੇ ਤੋਂ ਜੀ। ਹਾਂਜੀ ਕੀ ਸਵਾਲ ਹੈ? ਮੈਮ ਮੇਰਾ ਸਰ ਨੂੰ ਇਹੀ ਸਵਾਲ ਹੈ ਜੀ, ਮੈਂ +2 ਕੀਤੀ ਹੈ ਜੀ, ਆਫਟਰ 4 ਸਾਲ ਦਾ ਮੇਰਾ ਗੈਪ ਹੈ ਜੀ। ਜੀ ਤੇ 5.5 ਬੈਂਡ ਨੇ ਜੀ, ਕੀ ਮੈਂ ਕੈਨੇਡਾ ਜਾ ਸਕਦਾ ਜੀ? ਜੇ ਜਾ ਸਕਦਾ ਤਾਂ ਮੈਨੂੰ ਉੱਥੇ ਕਿਹੜੇ ਕੋਰਸ ਦੇ ਵਿੱਚ ਐਡਮਿਸ਼ਨ ਮਿਲੇਗੀ ਜੀ? 4 ਸਾਲ ਦਾ ਗੈਪ ਹੈ। 5.5 ਬੈਂਡ ਨੇ ਜੀ ਬਿਲਕੁਲ। ਕਿੰਨੀ ਵਾਰੀ ਪੇਪਰ ਦਿੱਤਾ ਹੈ? ਨਹੀਂ ਤੁਸੀਂ ਜੇ 5.5 ਬੈਂਡ ਆਏ ਨੇ, ਕਿੰਨੀ ਵਾਰੀ IELTS ਅਪੀਅਰ ਕੀਤਾ? ਆਇਲਸ ਤੁਸੀਂ ਇੱਕੋ ਵਾਰੀ ਐਗਜ਼ਾਮ ਦਿੱਤਾ ਹੈ ਜਿਹੜੇ 5.5 ਬੈਂਡ ਤੁਸੀਂ ਦੱਸ ਰਹੇ ਹੋ? ਜੀ ਬਿਲਕੁਲ ਇੱਕੋ ਵਾਰ ਦਿੱਤਾ ਜੀ। ਇੱਕ ਵਾਰੀ ਇਹਨਾਂ ਨੇ ਕਲੀਅਰ ਕੀਤਾ। ਦੁਬਾਰਾ ਕਰਨਾ ਚਾਹੋਗੇ ਤੁਸੀਂ? ਤੁਹਾਡੇ ਵੱਧ ਸਕਦੇ ਨੇ, 6 ਓਵਰਆਲ ਲੈ ਸਕਦੇ ਹੋ। ਮੈਂ ਕਨਫਰਮ ਕਰਨਾ ਚਾਹੁੰਦਾ ਸੀ ਕਿ ਮੈਂ 5.5 ਬੈਂਡ ਦੇ ਨਾਲ ਹੀ ਜਾ ਸਕਦਾ, ਜੇ ਜਾ ਸਕਦਾ ਤਾਂ ਮੈਨੂੰ ਕਿਹੜੇ ਕੋਰਸ ਦੇ ਵਿੱਚ ਐਡਮਿਸ਼ਨ ਉੱਥੇ ਮਿਲੇਗੀ? ਦੇਖੋ 5.5 ਬੈਂਡ ਹੈ ਤੁਹਾਡੇ, ਓਵਰਆਲ 5 ਬੈਂਡ ਹੈਗੇ, ਤੁਹਾਨੂੰ ਨਾਨ ਐਸਟੀਐਸ ਕੈਟਾਗਰੀ ਤੁਹਾਡਾ ਅਪਲਾਈ ਹੋਣਾ ਹੈਗਾ, ਪ੍ਰਾਈਵੇਟ ਕਾਲਜਸ ਵਿਦ ਪੈਥਵੇ ਪ੍ਰੋਗਰਾਮ ਤੁਹਾਨੂੰ ਮਿਲਨੇ ਹੈਗੇ। ਗੱਲ ਇਹ ਹੈ ਕਿ ਖਰਚਾ ਜੀ। ਹੁਣ ਦੇਖੋ 5.5 ਬੈਂਡ 4 ਸਾਲ ਦਾ ਗੈਪ ਹੈਗਾ, ਤੇ ਜੇਕਰ ਇਹ 6 ਈਚ ਬੈਂਡ ਵੀ ਲੈ ਲੈਣਗੇ, 4 ਸਾਲ ਦਾ ਗੈਪ ਹੈ ਤਾਂ ਨਾਨ ਐਸਟੀਐਸ ਕੈਟਾਗਰੀ ਲੱਗਣਾ। ਓਕੇ ਜੀ ਬਿਲਕੁਲ। ਬਟ ਮੈਂ ਇਹ ਕਹਿਣਾ ਚਾਹੂੰਗਾ ਕਿ ਜੇ IELTS ਦੁਬਾਰਾ ਕਰ ਸਕਦੇ ਆ, ਥੋੜੀ ਜਿਹੀ ਇੰਪਰੂਵਮੈਂਟ ਕਰ ਸਕਦੇ ਆ ਤਾਂ ਵੈਲ ਐਂਡ ਗੁੱਡ, ਅਦਰਵਾਈਜ਼ 5.5 ਬੈਂਡ ਨਾਲ ਤਾਂ ਅਪਲਾਈ ਹੋ ਹੀ ਜਾਣਾ। ਵੈਸੇ ਤਾਂ ਕਦੀ ਨਹੀਂ ਕਹਿੰਦੇ ਕਿ ਅਸੀਂ ਫਾਈਲ ਨਹੀਂ ਲਵਾਂਗੇ ਜੀ। ਹੁਣ ਵਿਦ ESL ਪ੍ਰੋਗਰਾਮ ਦੇ ਨਾਲ ਵੀ ਬੱਚਿਆਂ ਦੀ ਜਿਹੜੀਆਂ ਫਾਈਲ ਸਬਮਿਟ ਹੁੰਦੀਆਂ, ਹੁਣ ਆਪਾਂ ਦੇਖਦੇ ਹਾਂ, ਕਹਿੰਦੇ ਆ ਕਈ ਵਾਰੀ ਕਿੰਨਾ ਬੱਚਿਆਂ ਦੀ ਰਿਜੈਕਸ਼ਨਸ ਆ ਜਾਂਦੀਆਂ ਨੇ, ਤਾਂ ਉਹ ਕਹਿੰਦੇ ਆ ਕਿ ਕੰਸਲਟੈਂਟ ਨੇ ਸਾਡਾ ਧੋਖਾ ਕੀਤਾ। ਮੈਂ ਕਹਿੰਦਾ ਫਿਰ ਤਾਂ ਐਮਬੈਸੀ ਧੋਖਾ ਕਰ ਰਹੀ ਹੈ, ਐਮਬੈਸੀ ਕਿਉਂ ਕੇਸਿਸ ਲੈ ਰਹੀ ਹੈ? ਜੀ 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 ਬਿਲਕੁਲ। ਦੇਖੋ ਹਰ ਇੱਕ ਚੀਜ਼ ਦਾ ਇੱਕ ਤਰੀਕਾ ਹੈ, ਤੁਸੀਂ ਕਿਸ ਤਰੀਕੇ ਨਾਲ ਕਨਵਿੰਸ ਕਰ ਸਕਦੇ ਹੋ ਵੀਜ਼ਾ ਆਫਿਸਰ ਨੂੰ, ਬੋਨਾਫਾਈਡ ਤੁਸੀਂ ਹੈਗੇ ਹੋ, ਜੈਨੂਇਨ ਸਟੂਡੈਂਟ ਤੁਸੀਂ ਕਿਸ ਤਰੀਕੇ ਨਾਲ ਸਾਬਿਤ ਕਰ ਸਕਦੇ ਹੋ, ਤਾਂ ਹੀ ਵੀਜ਼ਾ ਮਿਲਦਾ ਨਾ। ਬਟ ਇਹ ਚੀਜ਼ਾਂ ਧਿਆਨ ਰੱਖਣਾ ਪੈਣਾ ਹੈ। ਜੇਕਰ ਤੁਹਾਡੀ ਨਾਨ ਐਸਟੀਐਸ ਕੈਟਾਗਰੀ ਹੈਗੀ ਹੈ, 3.5 ਲੱਖ ਪਰ ਸਮੈਸਟਰ ਦੀ ਫੀਸ ਦੇ ਨਾਲ ਤੁਸੀਂ ਆਪਣਾ ਸੁਪਨਾ ਪੜ੍ਹਾਈ ਕਰਕੇ ਸੈਟਲ ਹੋਣ ਦਾ ਸਾਕਾਰ ਕਰ ਸਕਦੇ ਹੋ। ਔਰ ਮੈਂ ਇੱਥੇ ਇਹ ਗੱਲ ਲਾਸਟ ਵਿੱਚ ਕਹਿਣਾ ਚਾਹੁੰਦਾ ਇੱਕ ਵਾਰੀ ਫੇਰ ਕਿ ਟਾਈਮ ਬਹੁਤ ਘੱਟ ਹੈ, ਬਹੁਤ ਤੇਜ਼ੀ ਦੇ ਨਾਲ, ਸਪੀਡ ਦੇ ਨਾਲ ਜਿਹੜੀ ਇਹ ਕਾਲਜਸ ਦੀਆਂ
ਸੀਟਸ ਫੁੱਲ ਹੋ ਰਹੀਆਂ ਨੇ ਤਾਂ ਟਾਈਮ ਵੇਸਟ ਨਾ ਕਰਦੇ ਹੋ, ਜਲਦੀ ਤੋਂ ਜਲਦੀ ਸਾਡੇ ਕੋਲ ਆਓ, ਚੈੱਕ ਲਿਸਟ ਲੈ ਕੇ ਆਪਣੇ ਡਾਕੂਮੈਂਟਸ ਰੈਡੀ ਕਰਕੇ ਔਰ ਜਿੰਨੀ ਜਲਦੀ ਹੁੰਦਾ ਉਨੀ ਜਲਦੀ ਅਪਲਾਈ ਕਰਿਆ ਕਰੋ। ਜੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਇੱਕ ਗੱਲ ਜ਼ਰੂਰ ਜਾਂਦੇ ਜਾਂਦੇ ਮੈਂ ਵੀ ਕਹੂੰਗੀ ਕਿ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਸਮਝਣ ਵਾਲੀਆਂ, ਸੋ ਇਹਨਾਂ ਨੂੰ ਸਮਝ ਕੇ ਹੀ ਅੱਗੇ ਵਧਿਆ ਕਰੋ। ਸੁਣੀਆਂ ਸੁਣਾਈਆਂ ਗੱਲਾਂ ਤੇ ਇੰਨਾ ਵਿਸ਼ਵਾਸ ਨਹੀਂ, ਆਪਣਾ ਜਾਂਚਿਆ ਕਰੋ, ਪਰਖਿਆ ਕਰੋ, ਉਸ ਤੋਂ ਬਾਅਦ ਆਪਣੀ ਫਾਈਲ ਜੋ ਹੈ ਪ੍ਰੋਸੈਸ ਕਰਵਾਇਆ ਕਰੋ ਤਾਂ ਕਿ ਕਿਤੇ ਤੁਹਾਡੀ ਪ੍ਰੋਫਾਈਲ ਖਰਾਬ ਨਾ ਹੋ ਜਾਏ, ਤੁਹਾਡਾ ਵਿਦੇਸ਼ ਜਾਣ ਦੇ ਸੁਪਨੇ ਦੇ ਰਸਤੇ ਵਿੱਚ ਕੋਈ ਰੁਕਾਵਟ ਨਾ ਆ ਜਾਏ। ਤੇ ਇਹ ਪ੍ਰੋਗਰਾਮ ਲੈ ਕੇ ਇਸੇ ਤਰੀਕੇ ਨਾਲ ਹਾਜ਼ਰ ਹੁੰਦੇ ਰਿਹਾ ਕਰਾਂਗੇ। ਬਣੇ ਰਿਹਾ ਕਰੋ ਸਾਡੇ ਇਸ ਸ਼ੋਅ ਦੇ ਨਾਲ, ਉਡਾਰੀ ਵਿਦੇਸ਼ਾਂ ਨੂੰ। ਨਾਲ ਦੀ ਨਾਲ ਹੁਣ ਮੈਨੂੰ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।